मंत्री साहब बहुत बहुत धन्यवाद स्पीकर साहब। 21 मार्च 2022 ਨੂੰ ਰਾਜਪਾਲ ਸਾਹਿਬ ਦੇ ਭਾਸ਼ਣ ਸੰਬੰਧੀ ਧੰਨਵਾਦ ਮਤੇ ਉੱਤੇ ਬਹਿਸ ਦਾ ਮੈਂ ਜਵਾਬ ਦੇਣ ਲਈ ਖੜਾ ਹੋਇਆ। ਮਾਨਯੋਗ ਸਪੀਕਰ ਸਾਹਿਬ, ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੀ ਸਰਕਾਰ ਨੂੰ ਐਡਾ ਵੱਡਾ ਫਤਵਾ ਦਿੱਤਾ ਹੈ। मैं लोगों के इस फतवे अगे सिर झुकाउणा जिस राही उन्होंने इतिहासिक चोणां विच भ्रिष्टाचार मुक्त ईमानदार अते पारदर्शी सरकार बनाउण दा फैसला करन लई वोट पाई। लोगों ने जी ਤੁਹਾਡਾ ਟਾਈਮ ਪੂਰਾ ਹੋ ਗਿਆ ਸੀ ਕੱਲ ਪੂਰਾ ਹੋ ਗਿਆ ਸਾਰਾ ਜੀ। ਤੁਹਾਡਾ ਸਾਰਿਆਂ ਦਾ ਟਾਈਮ ਕੱਲ ਇਸੇ ਲਈ ਆਪਾਂ ਲੰਬਾ ਕੀਤਾ ਸੀ ਨਾ ਜੀ। ਕੱਲ ਤੁਹਾਡਾ ਟਾਈਮ ਪੂਰਾ ਹੋ ਗਿਆ। ਤੁਸੀਂ ਟਾਈਮ ਤੁਸੀਂ देखो जी, ਤੁਹਾਡਾ ਜਿਹੜਾ 57 ਮਿੰਟ ਦਾ ਸਮਾਂ ਸੀ ਮਾਨਯੋਗ ਸੀਐਮ ਸਾਹਿਬ। ਧੰਨਵਾਦ ਸਪੀਕਰ ਸਾਹਿਬ ਜੀ। ਪੰਜਾਬ ਦੇ ਲੋਕਾਂ ਨੇ ਜਾਤ ਪਾਤ ਧਰਮ ਅਤੇ ਤੁਹਾਡਾ ਸਮਾਂ ਪੂਰਾ ਹੋ ਗਿਆ ਸੀ ਜਿੰਨਾ ਦਿੱਤਾ ਸੀ ਜੀ। ਨਹੀਂ ਬਿਲਕੁਲ ਤੁਹਾਨੂੰ ਦੇਖੋ ਤੁਹਾਡਾ 57 ਮਿੰਟ ਦਾ ਸਮਾਂ 55 ਮਿੰਟ ਦਾ ਸਮਾਂ ਬਣਦਾ ਸੀ। ਆਮ ਆਦਮੀ ਪਾਰਟੀ ਦਾ 4 ਘੰਟੇ 43 ਮਿੰਟ ਬਣਦਾ ਸੀ। ਕੱਲ ਕਾਂਗਰਸ ਨੇ 55 ਮਿੰਟ ਦੀ ਜਗ੍ਹਾ 57 ਮਿੰਟ ਕੰਜ਼ਿਊਮ ਕੀਤੇ ਜੀ। ਨਹੀਂ ਤੇ ਹਰ ਰੋਜ਼ 55 ਮਿੰਟ ਨਹੀਂ ਹੁੰਦੇ। ਨਹੀਂ ਹਰ ਰੋਜ਼ 55 ਮਿੰਟ ਥੋੜੀ ਮਿਲਣਗੇ ਜੀ। ਨਹੀਂ ਸ਼੍ਰੋਮਣੀ ਅਕਾਲੀ ਦਲ ਨੇ 9 ਮਿੰਟ ਦੀ ਜਗ੍ਹਾ 16 ਮਿੰਟ ਕੰਜ਼ਿਊਮ ਕੀਤੇ। ਨਹੀਂ ਇਹ ਓਵਰਆਲ ਹੈ ਜੀ। ਓਵਰਆਲ ਤੁਹਾਡੇ ਹੁਣ ਜਿਆਦਾ ਜਿੱਤੇ ਹੋ ਤੇ ਫਿਰ ਜਿਆਦਾ ਮਿਲ ਜਾਂਦਾ ਜੀ। ਜਿੰਨੇ ਜਿੱਤੇ ਮਿਲਣਾ ਤਾਂ ਉਨਾ ਹੀ ਹੈ ਜੀ। ਪ੍ਰਪੋਰਸ਼ਨਲ ਦੇ ਹਿਸਾਬ ਨਾਲ ਮਿਲਣਾ। ਹੁਣ ਤੁਸੀਂ ਸੀਐਮ ਸਾਹਿਬ ਤੋਂ ਜਵਾਬ ਲੈਣਾ ਸੀ ਆਪਦੇ ਇਸ਼ੂਜ਼ ਦਾ। ਤੁਸੀਂ ਜੋ ਰੇਜ਼ ਕੀਤੇ ਨੇ ਉਹਨਾਂ ਦਾ ਜਵਾਬ ਲਓ। ਦੇਖੋ ਜੀ ਹੁਣ ਇਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ 4 ਨੂੰ ਦਿਓ ਜਾਂ 10 ਨੂੰ ਦਿਓ। ਹੁਣ ਮੈਂ ਅੱਗੇ ਚਲਾਉਣਾ ਜੀ। ਮੈਂ ਤੁਸੀਂ ਬੈਠੋ ਬਾਜਵਾ ਜੀ, ਬੈਠੋ ਪਲੀਜ਼। ਮਾਨਯੋਗ ਸੀਐਮ ਸਾਹਿਬ ਆਪਦਾ ਭਾਸ਼ਣ ਜਾਰੀ ਕਰਨਗੇ। ਮਾਨਯੋਗ ਸਪੀਕਰ ਸਾਹਿਬ, ਪੰਜਾਬ ਦੇ ਲੋਕਾਂ ਨੇ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਇਹ ਸਾਬਤ ਕਰਤਾ ਕਿ ਪੰਜਾਬ ਇੱਕ ਮਾਲਾ 'ਚ ਪੁਰਿਆ ਹੋਇਆ ਸੂਬਾ ਹੈ। ਸਾਡੀ ਸੋਸ਼ਲ ਬੌਂਡਿੰਗ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ। ਮੈਂ ਲੋਕਾਂ ਨੂੰ ਯਕੀਨ ਦਿਵਾਉਣਾ ਕਿ ਮੇਰੀ ਸਰਕਾਰ ਹਰ ਉਸ ਉਮੀਦ ਤੇ ਖਰਾ ਉਤਰੂਗੀ ਜਿਹੜੀਆਂ ਉਮੀਦਾਂ ਆਮ ਆਦਮੀ ਨੇ ਸਾਡੇ ਕੋਲੋਂ ਰੱਖੀਆਂ ਨੇ। ਆਪਣੇ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਾਡੀ ਸਰਕਾਰ ਨੇ ਪਹਿਲੇ 100 ਦਿਨਾਂ 'ਚ ਬਹੁਤ ਹੀ ਅਹਿਮ ਫੈਸਲੇ ਲਏ ਨੇ। ਆਮ ਆਦਮੀ ਦੀ ਸਰਕਾਰ ਨੇ ਕਈ ਇਤਿਹਾਸਕ ਤੇ ਦਲੇਰਾਨਾ ਫੈਸਲੇ ਲਏ ਨੇ ਜੋ ਇਹ ਸਾਬਤ ਕਰਦੇ ਨੇ ਕਿ ਪੰਜਾਬ ਦੇ ਵਿੱਚ ਇੱਕ ਨਿਵੇਕਲੀ ਸਿਆਸੀ ਤੇ ਪ੍ਰਸ਼ਾਸਨਿਕ ਸ਼ੁਰੂਆਤ ਹੋਈ ਹੈ। ਨਾ ਹੀ ਹੁਣ ਭ੍ਰਿਸ਼ਟਾਚਾਰ ਕਰਨ ਵਾਲੇ ਬਚਾਏ ਜਾਣਗੇ, ਨਾ ਹੀ ਹੁਣ ਫੋਕੇ ਵਾਅਦੇ ਕੀਤੇ ਜਾਣਗੇ। ਸਪੀਕਰ ਸਾਹਿਬ, ਮੈਂ ਇਸ ਪਵਿੱਤਰ ਸਦਨ ਵਿੱਚ ਮਾਨਯੋਗ ਰਾਜਪਾਲ ਜੀ ਦੇ ਭਾਸ਼ਣ ਤੇ ਬਹਿਸ 'ਚ ਹਿੱਸਾ ਲੈਂਦੇ ਹੋਇਆਂ ਵਾਅਦੇ ਪੂਰੇ ਕਰਨ ਤੇ ਆਉਣ ਵਾਲੇ ਸਾਲਾਂ ਲਈ ਸਰਕਾਰ ਦੀ ਭਵਿੱਖ ਦੀ ਰਣਨੀਤੀ ਦੇ ਨਾਲ ਨਾਲ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕਰਾਂਗਾ। ਸੰਸਦੀ ਮਾਮਲਿਆਂ ਤੋਂ ਸ਼ੁਰੂ ਕਰ ਲੈਂਦੇ ਹਾਂ। ਮੇਰਾ ਮੰਨਣਾ ਹੈ ਕਿ ਇਸ ਪਵਿੱਤਰ ਸਦਨ ਦੇ ਮੈਂਬਰਾਂ ਦੇ ਮੋਢਿਆਂ ਤੇ ਵਿਆਪਕ ਪੱਧਰ ਤੇ ਸੁਧਾਰ ਲਿਆਉਣ ਲਈ ਮੋਢੀ ਬਣਨ ਦੀ ਜ਼ਿੰਮੇਵਾਰੀ ਹੈ। ਇਸ ਲਈ ਸਾਬਕਾ ਵਿਧਾਇਕਾਂ ਲਈ
ਹਰ ਕਾਰਜਕਾਲ ਦੀ ਇੱਕ ਪੈਨਸ਼ਨ ਦੀ ਥਾਂ ਤੇ ਇੱਕ ਵਿਧਾਇਕ ਇੱਕ ਪੈਨਸ਼ਨ ਵਰਗਾ ਮਿਸਾਲੀ ਕਦਮ ਅਸੀਂ ਚੁੱਕਿਆ ਅਤੇ ਬਿੱਲ ਐਸੇ ਸੈਸ਼ਨ 'ਚ ਹੀ ਪੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਲੋਕਾਂ ਦਾ ਪੈਸਾ ਹੈ। ਕੋਈ ਗੱਲ ਨਹੀਂ, ਕਾਂਗਰਸ ਨੂੰ ਸੁਣਨ ਦੀ ਆਦਤ ਹੈ ਨਹੀਂ, ਕੋਈ ਗੱਲ ਨਹੀਂ, ਕੋਈ ਨਹੀਂ। ਮੈਂ ਦਿੱਲੀ ਵੀ ਦੇਖਿਆ, ਮੈਂ ਦਿੱਲੀ ਪਾਰਲੀਮੈਂਟ 'ਚ ਵੀ ਦੇਖਿਆ, ਆਪ ਬੋਲ ਕੇ ਤੁਰ ਜਾਂਦੇ ਹੋ, ਮੈਨੂੰ ਪਤਾ। ਸੁਣੋ, ਚਲੋ ਕੰਮ ਕਰ ਲੈਣ ਦਿਓ ਜੀ, ਤੁਸੀਂ ਆਪਣਾ ਜੋ ਫੈਸਲਾ ਕਰੋ। ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਦਾ ਕੇਂਦਰ ਬਿੰਦੂ ਹੈ। ਅਸੀਂ ਇਸ ਗੱਲ ਨੂੰ ਪਿਛਲੇ 100 ਦਿਨਾਂ ਦੇ ਆਪਣੇ ਕਾਰਜਕਾਲ ਦੌਰਾਨ ਸਾਬਤ ਵੀ ਕਰਤਾ। ਸਰਕਾਰ ਬਣਨ ਦੇ ਨਾਲ ਹੀ ਅਸੀਂ ਐਂਟੀ ਕਰਪਸ਼ਨ ਹੈਲਪਲਾਈਨ ਜਾਰੀ ਕੀਤੀ ਸੀ ਤੇ ਥੋੜੇ ਸਮੇਂ ਦੌਰਾਨ ਭ੍ਰਿਸ਼ਟਾਚਾਰ ਵਿਰੁੱਧ 29 ਕੇਸ ਦਰਜ ਕੀਤੇ ਗਏ ਅਤੇ 47 ਗ੍ਰਿਫਤਾਰੀਆਂ ਹੋਈਆਂ ਨੇ। ਮੇਰੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਹਰਗਿਜ਼ ਬਰਦਾਸ਼ਤ ਨਾ ਕਰਨ ਦੀ ਨੀਤੀ ਬਣਾਈ ਹੋਈ ਹੈ। ਮੈਂ ਆਪਣੇ ਹੀ ਕੈਬਨਿਟ ਮੰਤਰੀ ਖਿਲਾਫ ਕਾਰਵਾਈ ਕੀਤੀ ਹੈ। ਇਸ ਪਵਿੱਤਰ ਸਦਨ ਦੀਆਂ ਕੰਧਾਂ ਨੇ ਕਈ ਸਰਕਾਰਾਂ ਦੇਖੀਆਂ ਨੇ, ਪਰ ਭ੍ਰਿਸ਼ਟਾਚਾਰ ਵਿਰੁੱਧ ਇਹੋ ਜਿਹੀ ਕਾਰਵਾਈ ਪਹਿਲਾਂ ਕਦੇ ਨਹੀਂ ਦੇਖੀ। ਪ੍ਰਸ਼ਾਸਕੀ ਸੁਧਾਰ ਹੋਏ ਨੇ। ਸੇਵਾ ਕੇਂਦਰਾਂ ਰਾਹੀਂ 122 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਨੇ। ਸੇਵਾ ਕੇਂਦਰਾਂ ਦੇ ਕੰਮ ਦਾ ਸਮਾਂ ਵੀ ਵਧਾਇਆ ਗਿਆ ਹੈ। ਇਹ ਕੇਂਦਰ 'ਚ ਸੁਵਿਧਾ ਕੇਂਦਰਾਂ 'ਚ ਸ਼ਨੀਚਰਵਾਰ ਤੇ ਐਤਵਾਰ ਵੀ ਕੰਮ ਹੋ ਰਿਹਾ ਤਾਂ ਕਿ ਜਿਹੜੇ ਦਿਹਾੜੀਦਾਰ ਜਾਂ ਨੌਕਰੀਸ਼ੁਦਾ ਲੋਕ ਨੇ ਉਹ ਆਪਣਾ ਕੰਮ ਛੁੱਟੀ ਵਾਲੇ ਦਿਨ ਕਰਵਾ ਸਕਣ। ਪ੍ਰਸ਼ਾਸਨ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਪ੍ਰਸ਼ਾਸਨੀ ਸੁਧਾਰ ਕੀਤੇ ਜਾ ਰਹੇ ਨੇ। ਜ਼ਿਲ੍ਹਾ ਪੱਧਰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੀਐਮ ਫੀਲਡ ਅਫਸਰ ਨਾਮ ਦੀ ਇੱਕ ਨਵੀਂ ਪੋਸਟ ਜਿਹੜੀ ਆ ਉਹ ਕ੍ਰੀਏਟ ਕੀਤੀ ਜਾ ਰਹੀ ਹੈ। ਇਸ ਦਾ ਮਨੋਰਥ ਆਮ ਆਦਮੀ ਦੀਆਂ ਤਕਲੀਫਾਂ ਨੂੰ ਵਿਸ਼ੇਸ਼ ਧਿਆਨ ਦੇਣਾ ਹੋਵੇਗਾ, ਅਹਿਮੀਅਤ ਦੇਣਾ ਹੋਵੇਗਾ। ਮੈਂ ਪੰਜਾਬ ਦੇ ਵਿੱਚ ਗੈਂਗਸਟਰਵਾਦ ਦੇ ਖਾਤਮੇ ਲਈ ਲੋਕਾਂ ਦਾ ਪੁਲਿਸ ਦੇ ਵਿੱਚ ਵਿਸ਼ਵਾਸ ਬਹਾਲ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਉਣਾ। ਮਾਨਯੋਗ ਮੁੱਖ ਮੰਤਰੀ ਮੇਰੀ ਸਰਕਾਰ ਨੇ ਇਸ ਮੰਤਵ ਲਈ ਇੱਕ ਏਡੀਜੀਪੀ ਰੈਂਕ ਦੀ ਅਫਸਰ ਦੀ ਅਗਵਾਈ 'ਚ ਗੈਂਗਸਟਰ ਵਿਰੋਧੀ ਟਾਸਕ ਫੋਰਸ ਦਾ ਗਠਨ 5 ਅਪ੍ਰੈਲ 2022 ਨੂੰ ਕੀਤਾ ਹੈ। ਸੀਐਮ ਸਾਹਿਬ ਕੱਲ ਬੀਏਸੀ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਆਪੋਜੀਸ਼ਨ ਦੇ ਨੁਮਾਇੰਦੇ ਵੀ ਸੀ, ਟ੍ਰੈਜ਼ਰੀ ਦੇ ਨੁਮਾਇੰਦੇ ਵੀ ਸੀ, ਔਰ ਉਹਨਾਂ ਨੂੰ ਪੂਰਾ ਸਮਾਂ ਦੱਸਦਾ ਗਿਆ ਸੀ ਕਿ ਮੈਂਬਰਸ਼ਿਪ ਦੇ ਅਨੁਪਾਤ ਦੇ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਦੇ 2 ਦਿਨਾਂ ਦਾ 24 ਤੇ 25 ਜੂਨ ਦਾ 4 ਘੰਟੇ 43 ਮਿੰਟ ਸਮਾਂ ਬਣਦਾ ਹੈ ਤੇ ਮਿਤੀ 24 ਜੂਨ ਨੂੰ ਲਿਆ ਗਿਆ ਸਮਾਂ 2 ਘੰਟੇ 5 ਮਿੰਟ। ਇਹ ਆਮ ਆਦਮੀ ਪਾਰਟੀ ਨੇ ਲਿਆ, ਬਾਕੀ ਬਚਦੇ ਨੇ 2 ਘੰਟੇ 38 ਮਿੰਟ। ਇੰਡੀਅਨ ਨੈਸ਼ਨਲ ਕਾਂਗਰਸ ਦੇ 18 ਮੈਂਬਰ ਨੇ। ਅਨੁਪਾਤ ਦੇ ਹਿਸਾਬ ਨਾਲ ਉਹਨਾਂ ਦਾ ਕੁੱਲ ਸਮਾਂ 55 ਮਿੰਟ ਬਣਦਾ। ਕੱਲ ਸਾਰੇ ਮੈਂਬਰ ਸਾਹਿਬਾਨ ਨੇ ਕਾਂਗਰਸ ਦੇ, ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਸਾਹਿਬਾਨ ਨੇ 57 ਮਿੰਟ ਲਏ। 55 ਮਿੰਟ ਦੀ ਜਗ੍ਹਾ ਇਹਨਾਂ ਨੇ 24 ਤੇ 25 ਜੂਨ ਦੇ 57 ਮਿੰਟ ਕੱਲ ਹੀ ਕੰਜ਼ਿਊਮ ਕਰ ਲਏ। ਅਸੀਂ ਸਮਾਂ ਵਧਾਇਆ ਤਾਂ ਕਿ ਲੋਕ ਸਾਰੇ ਬੋਲ ਲੈਣ। ਸ਼੍ਰੋਮਣੀ ਅਕਾਲੀ ਦਲ ਦੇ 9 ਮਿੰਟ ਬਣਦੇ ਸਨ, 16 ਮਿੰਟ ਕੰਜ਼ਿਊਮ ਕੀਤੇ ਗਏ। ਬੀਜੇਪੀ ਦੇ ਜਿਹੜੇ ਮੈਂਬਰ ਸਾਹਿਬਾਨ ਇੱਥੇ ਹਾਜ਼ਰ ਨਹੀਂ ਸੀ, ਉਹਨਾਂ ਨੂੰ ਬੁਲਾਇਆ ਗਿਆ, ਹਾਜ਼ਰ ਨਹੀਂ ਸੀ। ਬੀਐਸਪੀ ਦੇ ਮੈਂਬਰ ਸਾਹਿਬਾਨ ਵੱਲੋਂ ਮਨਾ ਕਰ ਦਿੱਤਾ ਗਿਆ। ਸੋ ਚੇਅਰ ਵੱਲੋਂ ਬਿਲਕੁਲ ਅਨੁਪਾਤ ਦੇ ਹਿਸਾਬ ਦੇ ਨਾਲ ਸਮਾਂ ਪਹਿਲਾਂ ਹੀ ਦਿੱਤਾ ਗਿਆ। ਮੈਂ ਇੱਕ ਹਾਊਸ ਦੇ ਸਾਹਮਣੇ ਕਲੀਅਰ ਕਰ ਦੇਣਾ ਚਾਹੁੰਦਾ, ਮੁੱਖ ਮੰਤਰੀ ਸਾਹਿਬ, ਅਸਲ 'ਚ ਮਾਨਯੋਗ ਸਪੀਕਰ ਸਾਹਿਬ, ਕਾਂਗਰਸ ਦੀ ਇੱਕ ਬਹੁਤ ਵੱਡੀ ਦਿੱਕਤ ਹੈ, ਨਾ ਇਹਨਾਂ ਨੂੰ ਲੋਕ ਸੁਣਦੇ ਨੇ ਬਾਹਰ। ਇੱਥੇ ਤੁਸੀਂ ਟਾਈਮ ਕਹਤਾ 55 ਮਿੰਟ, ਇਹ ਤਾਂ ਇਸੇ ਗੱਲ ਦੀ ਖੁਸ਼ਫਹਿਮੀ 'ਚ ਚਲੇ ਗਏ ਰੋਜ਼ 55 ਮਿੰਟ ਮਿਲਿਆ ਕਰਨਗੇ। ਇੱਕ ਡਿਬੇਟ ਤੇ 55 ਮਿੰਟ ਤੁਸੀਂ ਅਲਾਓ ਕੀਤਾ ਬੀਐਸਸੀ 'ਚ। 9 ਮਿੰਟ ਅਕਾਲੀ ਦਲ ਨੂੰ ਮਿਲੇ, 16 ਮਿੰਟ ਬੋਲੇ ਉਹ। ਜਿਹੜੀ ਆਮ ਆਦਮੀ ਪਾਰਟੀ ਹੈ, ਜਿਹੜਾ ਉਹਦਾ ਅਲਾਟਡ ਟਾਈਮ ਆ ਸੀ ਉਹਦੇ 'ਚੋਂ 1 ਘੰਟਾ ਹਜੇ 1.5 ਘੰਟਾ ਹਜੇ ਪਿਆ, ਸ਼ਾਇਦ 2 ਘੰਟੇ 38 ਮਿੰਟ ਪਏ। ਹਾਂਜੀ, ਸੋ ਇਹਨਾਂ ਨੂੰ ਹੌਲੀ ਹੌਲੀ, ਮੈਂ ਦਿੱਲੀ ਵੀ ਪਾਰਲੀਮੈਂਟ ਦੇ ਵਿੱਚ ਦੇਖਿਆ ਇਹਨਾਂ ਨੂੰ ਕਿ ਥੋੜਾ ਜਿਹਾ ਚਿਰ ਬੋਲ ਕੇ ਉਸ ਤੋਂ ਬਾਅਦ ਫਿਰ ਚਲੇ ਜਾਂਦੇ ਨੇ, 10-15 ਮਿੰਟ ਹਵਾ ਪਾਣੀ ਪੂਣੀ ਪੀ ਕੇ ਫੇਰ ਆ ਜਾਂਦੇ ਨੇ। ਸੋ ਕੋਈ ਨਹੀਂ, ਇਹਨਾਂ ਦਾ ਜੋ ਆਣਾ ਜਾਣਾ ਲੱਗਿਆ ਰਹੂਗਾ ਜੀ। ਆਪਾਂ
ਪੰਜਾਬ ਦੇ ਲੋਕਾਂ ਦੇ ਹੱਕ 'ਚ ਕੋਈ ਕੰਮ ਕਰੀਏ। ਇਸ ਟਾਸਕ ਫੋਰਸ ਨੂੰ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਹੈ, ਉਹਨੂੰ ਬਿਨਾਂ ਕਿਸੇ ਡਰ ਤੇ ਭੇਦਭਾਵ ਦੇ ਗੈਂਗਸਟਰ ਨਾਲ ਕਿਸੇ ਵੀ ਤਰ੍ਹਾਂ ਦੀ ਲਿਹਾਜ਼ ਨਾ ਵਰਤਣ ਦੇ ਸਖਤ ਹੁਕਮ ਦਿੱਤੇ ਨੇ। ਇਸ ਫੋਰਸ ਨੂੰ ਆਧੁਨਿਕ ਸਹੂਲਤਾਂ ਤੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਨੇ। ਸਰਹੱਦੋਂ ਪਾਰ ਜਿਹੜੇ ਨਸ਼ੇ ਆਉਂਦੇ ਨੇ, ਹਥਿਆਰਾਂ ਦੀ ਤਸਕਰੀ, STF ਨੇ ਤਕਨੀਕੀ ਸਹਿਯੋਗ ਵਾਸਤੇ ਜ਼ਿਲ੍ਹਾ ਪੁਲਿਸ, ਖੁਫੀਆ ਵਿੰਗ, BSF, NCB ਤੇ ਹੋਰ ਏਜੰਸੀਆਂ ਨਾਲ ਤਾਲਮੇਲ ਕਰਕੇ ਵੱਡੀਆਂ ਕਾਰਵਾਈਆਂ ਵਿੱਢੀਆਂ ਹੋਈਆਂ ਨੇ। ਸੂਬੇ ਦੇ ਵਿੱਚ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਅਸੀਂ ਵਿਟਨੈਸ ਪ੍ਰੋਟੈਕਸ਼ਨ ਬਿੱਲ ਸਮੇਤ ਅਮਨ ਕਾਨੂੰਨ ਨਾਲ ਸੰਬੰਧਿਤ ਵਿਆਪਕ ਪੱਧਰ ਤੇ ਸੁਧਾਰ ਲਿਆਵਾਂਗੇ ਤੇ ਸਾਡੀਆਂ ਜੇਲ੍ਹਾਂ ਨੂੰ ਅਤ ਸੁਰੱਖਿਅਤ ਜੇਲ੍ਹਾਂ ਵਜੋਂ ਅਪਗ੍ਰੇਡ ਕਰਾਂਗੇ। ਇੱਕ ਹੋਰ ਸਭ ਤੋਂ ਵੱਡੀ ਸਮੱਸਿਆ ਜਿਹੜੀ, ਉਹਦੇ ਬਾਰੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦਾ ਸਰ, ਮੈਂ ਹਾਊਸ ਦੇ ਸਾਹਮਣੇ ਰੱਖਣਾ ਚਾਹੁੰਦਾ, ਉਹ ਹੈਗਾ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਹੈ। ਵਿਸ਼ੇਸ਼ ਟਾਸਕ ਫੋਰਸ ਜਿਹੜੀ ਹੈ ਨਸ਼ੇ ਦੇ ਤਸਕਰਾਂ ਖਿਲਾਫ ਕਾਰਵਾਈ ਕਰਨ ਦੀ ਬਣਾਈ ਹੋਈ ਹੈ, ਉਹਨਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਨੇ। ਪੁਲਿਸ ਨੂੰ ਵੀ ਮੈਂ ਸਖਤ ਨਿਰਦੇਸ਼ ਦਿੱਤੇ ਨੇ ਕਿ ਨਸ਼ਾ ਤਸਕਰਾਂ ਨਾਲ ਸਾਂਝ ਪਾਉਣ ਵਾਲਾ ਕੋਈ ਵੀ ਵਿਅਕਤੀ ਕਿਸੇ ਵੀ ਸੂਰਤ 'ਚ ਬਖਸ਼ਿਆ ਨਾ ਜਾਵੇ, ਔਰ ਉਹਨਾਂ ਨੂੰ ਪੁਲਿਸ ਨੂੰ ਵੀ ਅਕਾਊਂਟੇਬਲ ਬਣਾਇਆ। SSP ਜੀ ਪੁਲਿਸ ਕਮਿਸ਼ਨਰ ਨੂੰ ਸਖਤ ਹੁਕਮ ਦਿੱਤੇ ਨੇ ਕਿ ਉਹ STF ਨਾਲ ਮਿਲ ਕੇ ਕੰਮ ਕਰਨ, ਨਸ਼ਾ ਤਸਕਰੀ 'ਚ ਵੱਡੀਆਂ ਮੱਛੀਆਂ ਨੂੰ ਫੜਨ। ਪੁਲਿਸ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਕਾਰਜ ਖੇਤਰ ਅੰਦਰ ਨਸ਼ੇ ਦੀ ਲਾਹਨਤ ਨਾਲ ਨੇੜਮ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਮਿੱਠ ਜੇ ਹੋਈ ਤਾਂ ਉਹ ਖੁਦ ਜ਼ਿੰਮੇਵਾਰ ਹੋਣਗੇ, ਅਫਸਰ ਜ਼ਿੰਮੇਵਾਰ ਹੋਣਗੇ, ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਊਗਾ। ਸੱਤਾ ਵਿੱਚ ਆਉਣ ਤੋਂ ਬਾਅਦ ਮੌਜੂਦਾ ਸਰਕਾਰ ਨੇ OOAT ਓਟ ਸੈਂਟਰਾਂ ਦੀ ਗਿਣਤੀ 208 ਤੋਂ ਵਧਾ ਕੇ 500 ਕਰਤੀ ਹੈ। ਇਸ ਦਾ ਮੁੱਖ ਮੰਤਵ ਹੈ ਕਿ ਪਹਿਲਾਂ ਜਿਹੜੇ ਐਡਿਕਟਡ ਨੇ ਉਹਨਾਂ ਨੂੰ, ਜਿਹੜੇ ਸਮੈਕ ਵਗੈਰਾ ਜਾਂ ਹੈਰੋਇਨ ਵਗੈਰਾ ਤੇ ਲੱਗੇ ਨੇ, ਪਹਿਲਾਂ ਉਹਨਾਂ ਨੂੰ ਉਸ ਨਸ਼ੇ ਤੋਂ ਉਤਾਰ ਕੇ ਬੰਦ ਕਰਕੇ ਉਹਨਾਂ ਦਾ ਨਸ਼ਾ, ਫਿਰ ਉਹਨਾਂ ਨੂੰ OOAT ਸੈਂਟਰਾਂ ਦੇ ਵਿੱਚੋਂ ਕੁਝ ਦਵਾਈ ਮਿਲੂਗੀ ਤਾਂ ਕਿ ਇਮੀਡੀਏਟਲੀ ਉਹਨਾਂ ਤੇ ਕੋਈ ਵਿਦਰੋਲ ਸਿੰਪਟਮ ਜਾਂ ਕੋਈ ਇੱਦਾਂ ਦਾ ਕੋਈ ਸਰੀਰਕ ਤੌਰ ਤੇ ਕੋਈ ਅਸਰ ਨਾ ਪਵੇ। ਉਸ ਤੋਂ ਬਾਅਦ ਫਿਰ ਜਦੋਂ ਹੌਲੀ ਹੌਲੀ ਉਹ ਘਟਾ ਦਿੱਤਾ ਜਾਊਗਾ ਦਵਾਈ, ਤੇ ਉਸ ਤੋਂ ਬਾਅਦ ਫਿਰ ਤੀਜੀ ਲੇਅਰ ਦੇ ਵਿੱਚ ਉਹਨਾਂ ਨੌਜਵਾਨ ਮੁੰਡਿਆਂ ਨੂੰ ਬੇਰੁਜ਼ਗਾਰੀ ਤੋਂ ਦੂਰ ਕਰਕੇ ਰੋਜ਼ਗਾਰ ਦੇਣਾ ਤਾਂ ਕਿ ਉਹ ਦੁਬਾਰਾ ਉਸ ਜਿਹੜੀ ਗਲਤ ਸੰਗਤ ਵੱਲ ਨਾ ਚਲੇ ਜਾਣ। ਐਜੂਕੇਸ਼ਨ ਸਰ, ਐਜੂਕੇਸ਼ਨ ਸਾਡੇ ਸਮਾਜ ਦਾ ਆਧਾਰ ਹੈ। ਸਾਡੀ ਸਰਕਾਰ ਸਿੱਖਿਆ ਦੇ ਖੇਤਰ 'ਚ ਬਹੁਪੱਖੀ ਸੁਧਾਰ ਲਿਆਉਣ ਲਈ ਵਚਨਬੱਧ ਹੈ। ਸਾਡੇ ਸਰਕਾਰੀ ਸਕੂਲ ਛੇਤੀ ਹੀ ਆਲਾ ਮਿਆਰੀ ਸਕੂਲ ਬਣਨਗੇ, ਕੁਆਲਿਟੀ ਦੇ ਸਕੂਲ ਬਣਨਗੇ, ਕੁਆਲਿਟੀ ਦੀ ਐਜੂਕੇਸ਼ਨ ਮਿਲੂਗੀ। ਪੰਜਾਬ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਆਪਣੇ ਸਕੂਲਾਂ ਲਈ ਸੁਪਨੇ ਦੇਖੇ ਨੇ, ਹੁਣ ਇਹਨਾਂ ਨੂੰ ਹਕੀਕੀ ਰੂਪ ਦੇ ਵਿੱਚ ਤਬਦੀਲ ਕੀਤਾ ਜਾਊਗਾ। ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਨਾ ਸਿਰਫ ਸਰਕਾਰੀ ਸਕੂਲਾਂ ਦਾ ਕਾਇਆਕਲਪ ਕੀਤਾ ਜਾਊਗਾ, ਸਗੋਂ ਪ੍ਰਾਈਵੇਟ ਸਕੂਲਾਂ ਵੱਲੋਂ ਲਈ ਜਾਂਦੀ ਅਨਾਪ ਸ਼ਨਾਪ ਫੀਸ ਨੂੰ ਵੀ ਨਿਯਮਬੱਧ ਕੀਤਾ ਜਾਊਗਾ, ਜਿਸ ਨਾਲ ਉਹ ਚਾਲੂ ਅਕੈਡਮਿਕ ਈਅਰ ਦੇ ਵਿੱਚ ਫੀਸ ਆਪ ਹੁਦਰੇ ਢੰਗ ਨਾਲ ਨਾ ਵਧਾ ਸਕਣ। ਜਿਹੜੇ ਸਕੂਲ ਫੀਸ ਐਕਟ 2016 ਦਾ ਉਲੰਘਣ ਕਰਦੇ ਫੜੇ ਗਏ, ਉਹਨਾਂ ਦੀ NOC ਰੱਦ ਕੀਤੀ ਜਾਊਗੀ ਤੇ ਨਾਲ ਉਹਨਾਂ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਜਾਊਗਾ। ਸਕੂਲਾਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਨੇ ਸਪੀਕਰ ਸਾਹਿਬ ਕਿ ਬੱਚਿਆਂ ਦੇ ਮਾਤਾ ਪਿਤਾ ਨੂੰ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਜਾਂ ਵਰਦੀਆਂ ਖਰੀਦਣ ਲਈ ਮਜਬੂਰ ਨਾ ਕੀਤਾ ਜਾਵੇ। ਉਸ ਇਲਾਕੇ ਦੀਆਂ 5-7 ਜਿਹੜੀਆਂ ਕਿਤਾਬਾਂ ਦੀਆਂ ਦੁਕਾਨਾਂ ਜਾਂ ਵਰਦੀਆਂ ਦੀਆਂ ਦੁਕਾਨਾਂ ਨੇ, ਉਹਨਾਂ ਦੀ ਲਿਸਟ ਜਾਰੀ ਕੀਤੀ ਜਾਵੇ ਕਿ ਮਾਪੇ ਜਿਹੜੇ ਨੇ ਉਹ ਮਜਬੂਰ ਨਾ ਹੋਣ ਕਿ ਐਸੇ ਦੁਕਾਨ ਤੋਂ ਬੱਚੇ ਲਈ ਕਿਤਾਬਾਂ ਲੈਣੀਆਂ ਨੇ ਜਾਂ ਵਰਦੀਆਂ ਲੈਣੀਆਂ ਨੇ, ਉਹ ਜਿੱਥੋਂ ਮਰਜ਼ੀ ਲੈ ਸਕਣ, ਜਿੱਥੋਂ ਮਰਜ਼ੀ ਉਹਨਾਂ ਨੂੰ ਚੰਗਾ ਲੱਗਦਾ। ਸਾਨੂੰ ਸਾਰਿਆਂ ਨੂੰ ਪਤਾ ਸਰ ਕਿ ਅਧਿਆਪਕ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦਾ ਕੇਂਦਰ ਬਿੰਦੂ ਨੇ, ਪਰ ਇਹ ਵੀ ਵੇਖਿਆ ਕਿ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਅਣਗੌਲਿਆ ਕੀਤਾ। ਖਾਲੀ ਪੋਸਟਾਂ ਪੰਜਾਬ ਸਰਕਾਰ ਭਰੂਗੀ, ਆਮ ਆਦਮੀ ਪਾਰਟੀ ਸਰਕਾਰ। 5994 ETT ਅਧਿਆਪਕਾਂ ਦੀ ਅਤੇ 8393 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਜਾਰੀ ਹੈ। ਅਧਿਆਪਕਾਂ ਨੂੰ ਕੇਵਲ ਐਜੂਕੇਸ਼ਨ ਦਾ ਕੰਮ ਦਿੱਤਾ ਜਾਊਗਾ, ਬਿਨਾਂ ਐਜੂਕੇਸ਼ਨ ਤੋਂ ਕੋਈ ਹੋਰ ਕੰਮ ਅਧਿਆਪਕਾਂ ਤੋਂ ਨਹੀਂ ਲਿਆ ਜਾਊਗਾ। ਨਹੀਂ ਤਾਂ ਆਪਾਂ ਦੇਖਦੇ ਹਾਂ ਜਨਗਣਨਾ ਵੀ ਅਧਿਆਪਕ ਤੋਂ ਕਰਵਾ ਲੈਂਦੇ ਨੇ, ਕੋਈ ਚਿੱਠੀ ਪੱਤਰ ਪਹੁੰਚਾਉਣਾ ਹੋਵੇ ਉਹਦੇ ਵਿੱਚ ਵੀ ਉਹਨਾਂ ਦੀ ਡਿਊਟੀ ਲਾ ਦਿੰਦੇ ਨੇ। ਇੱਥੋਂ ਤੱਕ ਕਿ ਕਰੋਨਾ ਵੇਲੇ ਬਾਰਡਰਾਂ ਤੇ ਡਿਊਟੀਆਂ ਲਾਈਆਂ ਅਧਿਆਪਕਾਂ ਦੀਆਂ ਕਿ ਤੁਸੀਂ ਚੈੱਕ ਕਰਨਾ ਹੈ ਕਿ ਜਿਹੜੇ ਆਊਟ ਆਫ ਸਟੇਟ ਜਿਹੜੇ ਵਾਹਨ ਆ ਰਹੇ ਨੇ ਉਹਨਾਂ 'ਚ ਕੋਈ ਕਰੋਨਾ ਪੀੜਤ ਤਾਂ ਨਹੀਂ। ਜੇ ਅਧਿਆਪਕ ਦਾ ਧਿਆਨ ਸਿਰਫ ਪੜ੍ਹਾਉਣ ਤੇ ਹੋਊਗਾ ਉਹ ਤਾਂ ਪੜ੍ਹਾਊਗਾ, ਨਹੀਂ ਤਾਂ ਉਹਦਾ ਜ਼ਿਆਦਾ ਟਾਈਮ ਜਿਹੜਾ ਉਹ
ਜਿਹੜਾ ਪੜ੍ਹਾਈ ਤੋਂ ਬਿਨਾਂ ਜਿਹੜੇ ਕੰਮ ਨੇ ਉਹਨਾਂ ਤੇ ਲੰਘ ਜਾਂਦਾ ਹੈ। ਪੰਜਾਬ ਦੀ ਸਰਕਾਰ ਇਹ ਵਚਨਬੱਧ ਹੈ ਕਿ ਟੀਚਰਾਂ ਤੋਂ ਸਿਰਫ ਟੀਚਿੰਗ ਦੇ ਕੰਮ ਲਿਆ ਜਾਊਗਾ, ਕੋਈ ਹੋਰ ਕੰਮ ਨਹੀਂ ਲਿਆ ਜਾਊਗਾ। ਸਪੀਕਰ ਸਾਹਿਬ, ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅਧਿਆਪਕਾਂ ਨੂੰ ਟ੍ਰੇਨਿੰਗ ਜਿਹੜੀ ਹੈ ਉਹਨੂੰ ਮੁੜ ਵਿਉਂਤਣ ਦੀ ਲੋੜ ਹੈ, ਕਿਉਂਕਿ ਦੁਨੀਆ ਪਲ ਪਲ ਤੇ ਦੁਨੀਆ ਜਿਹੜੀ ਹੈ ਅਪਗ੍ਰੇਡ ਹੋ ਰਹੀ ਹੈ। ਤਾਂ ਟੀਚਰਾਂ ਨੂੰ ਪੜ੍ਹਾਉਣ ਦੇ ਤਰੀਕੇ ਵੀ ਬਦਲ ਚੁੱਕੇ ਨੇ ਤੇ ਇਹਦੇ ਲਈ ਵਿਸ਼ਵ ਦੇ ਵਿੱਚ ਬਿਹਤਰੀਨ ਸਿੱਖਿਆ ਤਕਨੀਕਾਂ ਹਾਸਲ ਕੀਤੀਆਂ ਜਾਣਗੀਆਂ। ਨਵੀਂ ਦਿੱਲੀ ਦੇ ਵਿੱਚ US ਐਮਬੈਸੀ ਦੇ ਖੇਤਰੀ ਅੰਗਰੇਜ਼ੀ ਭਾਸ਼ਾ ਦਫ਼ਤਰ ਨਾਲ ਰਲ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਆਪਕਾਂ ਦੇ ਇੱਕ ਸਮੂਹ 50 ਦੇ ਲਗਭਗ ਨੇ, ਉਹਨਾਂ ਨੂੰ ਸਿਖਲਾਈ ਦੇਣ ਜਾ ਰਹੇ ਹਾਂ ਜੀ। ਇਹ ਗੱਲ ਹੋ ਗਈ US ਐਮਬੈਸੀ ਨਾਲ ਕਿ ਅਸੀਂ ਅਪਗ੍ਰੇਡਡ ਜਿਹੜੇ ਤਰੀਕੇ ਨੇ, ਟੈਕਨੋਲੋਜੀ ਨੇ, ਟੈਕਨੀਕਸ ਨੇ, ਉਹ ਜਿਹੜੀਆਂ ਉਹ ਆਪਣੇ ਆ ਕੇ ਕੋਲੀਗਸ ਨੂੰ ਵੀ ਦੱਸਣਗੇ, ਉਹਦੇ ਨਾਲ ਬੱਚਿਆਂ ਨੂੰ ਪੜ੍ਹਾਵਾਂਗੇ। ਆਉਣ ਵਾਲੇ ਸਮੇਂ 'ਚ ਅਧਿਆਪਕਾਂ ਨੂੰ ਦੇਸ਼ ਦੇ ਵਿੱਚ ਤੇ ਵਿਦੇਸ਼ ਦੇ ਵਿੱਚ ਬਿਹਤਰੀਨ ਸਿਖਲਾਈ ਦੀਆਂ ਟ੍ਰੇਨਿੰਗ ਲੈਣ ਵਾਸਤੇ ਭੇਜਿਆ ਜਾਊਗਾ ਜੀ। ਉਚੇਰੀ ਸਿੱਖਿਆ 'ਚ ਸਾਡੇ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਮਿਆਰੀ ਸਿੱਖਿਆ ਮੁਹੱਈਆ ਕਰਾਉਣ ਦੇ ਧਿਆਨ ਦਿੱਤਾ ਜਾਊਗਾ। ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੂੰ ਛੇਤੀ ਹੀ UGC ਦੇ ਪੇ ਸਕੇਲ ਦਿੱਤੇ ਜਾਣਗੇ ਜੀ। ਟੈਕਨੀਕਲ ਐਜੂਕੇਸ਼ਨ 'ਚ ਹੈ ਕਾਬਲ ਤੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਦੇ ਵਿਦੇਸ਼ਾਂ ਵੱਲ ਜਾਣ ਦੇ ਰੁਝਾਨ ਨੂੰ ਰੋਕਣ ਲਈ ਟੈਕਨੀਕਲ ਐਜੂਕੇਸ਼ਨ ਬਹੁਤ ਵੱਡਾ ਯੋਗਦਾਨ ਪਾ ਸਕਦੀ ਹੈ। ਸਪੀਕਰ ਸਾਹਿਬ, ਇਸ ਮੰਤਵ ਨਾਲ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਾਉਣ ਲਈ 19 ਸਰਕਾਰੀ ITIs ਖੋਲੀਆਂ ਜਾ ਰਹੀਆਂ ਨੇ। 19 ਕੱਲ ਸਾਡੇ ਕੁਲਵੰਤ ਬਾਜੀਗਰ ਜੀ ਉਹਨਾਂ ਨੇ ਸਵਾਲ ਲਾਇਆ ਸੀ। ਸੋ 19 ਦੇ ਵਿੱਚ ਇਸ ਤਰੀਕੇ ਨਾਲ ਲੋਕੇਸ਼ਨ ਹੋਊਗੀ ਕਿ 19 ਦੇ ਵਿੱਚ ਤੁਹਾਡਾ ਹਲਕਾ ਵੀ ਸਾਰਾ ਕਵਰ ਹੋ ਜੇ। ਕੋਈ ਮਤਲਬ 10-15 ਕਿਲੋਮੀਟਰ ਦੀ ਰੇਂਜ ਦੇ ਵਿੱਚ ਹੀ 19 ਜਿਹੜੀਆਂ ਕਰ ਲਾਂਗੇ। 5400 ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਮੁਹੱਈਆ ਹੋਣਗੇ। ਕਿਉਂਕਿ ਸਪੀਕਰ ਸਾਹਿਬ, ਬੱਚਾ ਇੱਥੋਂ ਬਾਹਰ ਕਿਉਂ ਜਾਂਦਾ ਹੈ, ਮਾਪੇ ਉਹਨੂੰ ਇੱਥੋਂ ਬਾਹਰ ਭੇਜਣ ਦੇ ਇੱਛੁਕ ਕਿਉਂ ਨੇ? ਉਹਦੇ 2-3 ਕਾਰਨ ਨੇ। ਸਭ ਤੋਂ ਵੱਡਾ ਕਾਰਨ ਹੈ ਬੇਰੁਜ਼ਗਾਰੀ। ਡਿਗਰੀਆਂ ਤਾਂ ਲੈ ਲਈਆਂ ਪਰ ਡਿਗਰੀਆਂ ਲੈ ਕੇ ਘਰੇ ਮੁੜਿਆ। ਪਿਛਲੀਆਂ ਸਰਕਾਰਾਂ ਨੇ ਡਿਗਰੀਆਂ ਲੈ ਕੇ ਨੌਕਰੀਆਂ ਮੰਗਣ ਗਿਆ ਨੂੰ ਲਾਠੀ ਚਾਰਜ ਦਿੱਤੇ, ਪਾਣੀ ਦੀਆਂ ਬਾਛੜਾਂ, ਪੱਗਾਂ ਲਈਆਂ, ਚੁੰਨੀਆਂ ਲਈਆਂ। ਤਾਂ ਫਿਰ ਮਾਪੇ ਕਹਿੰਦੇ ਪੁੱਤ ਜੇ ਤੂੰ ਇੱਥੇ ਬੇਰੁਜ਼ਗਾਰ ਰਹੇਗਾ। ਦੂਜਾ ਕਾਰਨ ਇਹ ਹੈ ਨਸ਼ੇ ਅਵੇਲੇਬਲ ਨੇ, ਤੂੰ ਬੇਰੁਜ਼ਗਾਰ ਰਹੇਗਾ, ਤੂੰ ਗਲਤ ਸੰਗਤ 'ਚ ਪੈ ਜਾਏਗਾ। ਪੁੱਤ ਏਦਾਂ ਕਰ, ਜਿੰਨੇ ਮਰਜ਼ੀ ਪੈਸੇ ਲੱਗ ਜਾਣ, ਮਾਂ ਦੀਆਂ ਬਾਲੀਆਂ ਵਿਕ ਜਾਣ, ਜ਼ਮੀਨ ਵਿਕ ਜੇ, ਤੂੰ ਜਾ ਆਈਲੈਟਸ ਕਰਕੇ ਉੱਥੇ ਜਾ ਕੇ ਵੀ ਉਹ ਕੋਈ ਜਾਣਸਾਰ ਕੰਮ ਤੇ ਨਹੀਂ ਲੱਗ ਜਾਂਦੇ। ਉੱਥੇ ਜਾ ਕੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੌਸਮ ਹੋਰ ਹੈ, ਭਾਸ਼ਾ ਹੋਰ ਹੈ, ਕਲਚਰ ਹੋਰ ਹੈ। ਜਾਣਾ ਨਹੀਂ ਚਾਹੁੰਦੇ, ਉਹ ਮਜਬੂਰੀ ਲੈ ਕੇ ਜਾ ਰਹੀ ਹੈ। ਜਿਹੜੇ ਪੜ੍ਹਨ ਜਾਂਦੇ ਵਾਕਈ ਵੀ ਅਸੀਂ ਡਿਗਰੀ ਮਾਸਟਰਸ ਕਰਨ ਜਾਂਦੇ ਹਾਂ, ਉਹਨਾਂ ਲਈ ਅਸੀਂ ਕੋਈ ਰੋਕ ਨਹੀਂ, ਪਰ ਅਸੀਂ ਚਿੰਤਤ ਇਸ ਗੱਲ ਤੋਂ ਹਾਂ ਕਿ ਜਿਹੜੇ ਆਈਲੈਟਸ ਵਗੈਰਾ ਕਰਕੇ ਦੁਬਾਰਾ ਆਉਂਦੇ ਨਹੀਂ, ਉਹ 2 ਮਹੀਨੇ ਬਾਅਦ 2 ਸਾਲਾਂ ਬਾਅਦ ਉਹਨਾਂ ਨੂੰ PR ਮਿਲ ਜਾਂਦੀ ਹੈ, ਆਪਣੇ ਮਾਪਿਆਂ ਨੂੰ ਵੀ ਬੁਲਾ ਲੈਂਦੇ ਨੇ, ਘਰ ਖਾਲੀ ਹੋ ਜਾਂਦਾ। ਅਸੀਂ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਹੜੇ ਪੜ੍ਹੇ ਲਿਖੇ ਨੇ, ਉਹਨਾਂ ਦੀਆਂ ਡਿਗਰੀਆਂ ਮੁਤਾਬਕ ਬਿਨਾਂ ਕਿਸੇ ਸਿਫਾਰਿਸ਼ ਤੋਂ ਰੋਜ਼ਗਾਰ ਦੇਵਾਂਗੇ। 25,000 ਅਸਾਮੀਆਂ ਤਾਂ ਕੱਢਤੀਆਂ, ਅੱਗੇ ਆਉਣ ਵਾਲੇ ਦਿਨਾਂ 'ਚ ਹੋਰ ਹਜ਼ਾਰਾਂ ਰੋਜ਼ਗਾਰ ਦੇ ਮੌਕੇ ਹੋਣਗੇ। ਇਹ ਨਹੀਂ ਹੈਗਾ ਕਿ PhD ਕਰਕੇ ਤੁਸੀਂ PN ਲੱਗੋਗੇ ਜਾਂ MSc ਕਰਕੇ ਤੁਸੀਂ ਕੋਈ ਇਸ ਤਰ੍ਹਾਂ ਦੀ ਜੌਬ ਕਰੋਗੇ ਜਿਹੜੀ ਤੁਹਾਡੀ ਡਿਗਰੀ ਮੁਤਾਬਕ ਨਹੀਂ। ਤੁਸੀਂ ਮੈਂਟਲੀ ਟੌਰਚਰ ਹੁੰਦੇ ਰਹੋਗੇ। ਡਿਗਰੀਆਂ ਦੇ ਮੁਤਾਬਕ ਕੰਮ ਮਿਲੂਗਾ। ਪੰਜਾਬ ਸਰਕਾਰ ਇਸ ਗੱਲ ਲਈ ਵਚਨਬੱਧ ਹੈ ਔਰ ਯੂਨੀਵਰਸਿਟੀਆਂ ਨੂੰ ਅਪਗ੍ਰੇਡ ਕਰ ਰਹੇ ਹਾਂ, ਕਾਲਜਾਂ ਨੂੰ ਅਪਗ੍ਰੇਡ ਕਰ ਰਹੇ ਹਾਂ ਤਾਂ ਕਿ ਬ੍ਰੇਨ ਡਰੇਨ ਜਿਹੜਾ ਹੈ, ਸਾਡੇ ਚੰਗੇ ਚੰਗੇ ਦਿਮਾਗ ਜਿਹੜੇ ਉੱਧਰ ਜਾ ਰਹੇ ਨੇ, ਉਹਨਾਂ ਨੂੰ ਰੋਕਿਆ ਜਾ ਸਕੇ। ITIs ਦੇ ਵਿੱਚ ਇੰਡਸਟਰੀ ਵਾਲਿਆਂ ਨਾਲ ਮੀਟਿੰਗਾਂ ਹੋਈਆਂ ਸਾਡੀਆਂ। ਉਹ ITI ਦੇ ਵਿੱਚ ਆਪਣੀ ਇੰਡਸਟਰੀ ਨਾਲ ਸੰਬੰਧਿਤ 44 ਨਵੇਂ ਕੋਰਸ ਜਿਹੜੇ ਨੇ ਉਹ ਸ਼ੁਰੂ ਕਰਾਉਣ ਦੇ ਉਹਨਾਂ ਨੇ ਸੁਝਾਅ ਦਿੱਤੇ ਨੇ, ਜਿਹੜੇ ਉਹਨਾਂ ਨੂੰ ਕੰਮ ਆਉਣਗੇ। ITI ਦੇ ਵਿੱਚ ਆਹ ਪੜ੍ਹਾ ਦਿਓ ਜੀ ਸਾਨੂੰ, ਆਹ ਜਿਹੜੇ ਟੈਕਨੀਸ਼ੀਅਨਸ ਨੇ, ਇੰਜੀਨੀਅਰ ਨੇ, ਆਹ ਜਿਹੜੇ ਕੋਰਸ ਕੀਤਾ ਹੁੰਦਾ ਜਿਨ੍ਹਾਂ ਨੇ, ਉਹ ਸਾਨੂੰ
ਬੈਂਗਲੌਰ ਤੋਂ ਜਾਂ ਗੁੜਗਾਉਂ ਤੋਂ ਜਾਂ ਇੱਧਰ ਉੱਧਰੋਂ ਲੈ ਕੇ ਆਉਣੇ ਪੈਂਦੇ, ਕਿਉਂ ਨਾ ਅਸੀਂ ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਦੇ ਸਕਿਲਡ ਨੌਜਵਾਨ ਮੁੰਡੇ ਕੁੜੀਆਂ ਹੋਣ ਕਿ ਉਹ ਇੱਥੇ ਹੀ ਕੰਮ ਕਰਨ। ਸੋ ਇੰਡਸਟਰੀ ਨਾਲ ਮਿਲ ਕੇ ITIs ਨੂੰ ਅਟੈਚ ਕਰਕੇ ਉਹਨਾਂ ਮੁਤਾਬਕ ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾਣਗੇ ਸਰ। ਸੂਬਾ ਸਰਕਾਰ ਪੰਜਾਬ ਦੇ 7 ਵੱਖ-ਵੱਖ ਥਾਵਾਂ ਤੇ 7 ਨਵੇਂ ਇੰਸਟੀਚਿਊਟ ਫॉर ਟ੍ਰੇਨਿੰਗ ਆਫ ਟ੍ਰੇਨਰਸ, ਇਹ ਵੀ ਅਸੀਂ ITOT ਇਹ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਸੋ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਸੂਬੇ 'ਚ ਬਾਇਲਰ ਟੈਂਡਰ ਕੋਰਸ ਦਾ ਅਪ੍ਰੈਂਟਿਸਸ਼ਿਪ ਵਜੋਂ ਟ੍ਰੇਡ ਵਜੋਂ ਸ਼ੁਰੂ ਕਰਨ ਜਾ ਰਹੇ ਹਾਂ। ਇਸ ਅਪ੍ਰੈਂਟਿਸਸ਼ਿਪ ਅਧੀਨ 15,000 ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ। ਜਿਵੇਂ ਮੈਂ ਕੱਲ ਕਿਹਾ ਸੀ, ਅਸੀਂ ਨੌਜਵਾਨਾਂ ਨੂੰ ਜੌਬ ਸੀਕਰਸ ਨਹੀਂ, ਜੌਬ ਪ੍ਰੋਵਾਈਡਰਸ ਬਣਾਉਣਾ ਚਾਹੁੰਦੇ ਹਾਂ। ਹੈਲਥ ਸਰ, ਸੂਬੇ ਦੇ ਲੋਕਾਂ ਨੂੰ ਤੰਦਰੁਸਤ ਮਨ ਤੇ ਤੰਦਰੁਸਤ ਵਿਚਾਰ ਦੀ ਲੋੜ ਹੈ। ਮਿਆਰੀ ਸਿਹਤ ਸਹੂਲਤਾਂ ਵਾਸਤੇ ਅਸੀਂ ਵਚਨਬੱਧ ਹਾਂ। ਸਾਡਾ ਜਿਹੜਾ ਮੰਤਵ ਹੈ, ਸਿਹਤ ਸੁਵਿਧਾਵਾਂ ਜਿਹੜੀਆਂ ਨੇ ਉਹ ਜ਼ਮੀਨੀ ਪੱਧਰ ਤੇ ਹਰੇਕ ਘਰ ਨੂੰ 2-3 ਕਿਲੋਮੀਟਰ ਦੇ ਘੇਰੇ 'ਚ ਹੀ ਚੰਗੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਅਸੀਂ ਸ਼ਹਿਰਾਂ 'ਚ ਮੁਹੱਲਾ ਕਲੀਨਿਕ ਤੇ ਪੇਂਡੂ ਖੇਤਰਾਂ 'ਚ ਪਿੰਡ ਕਲੀਨਿਕ ਖੋਲ੍ਹਣ ਜਾ ਰਹੇ ਹਾਂ, ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਜਿਹੜੀ ਮੁਹੱਈਆ ਕਰਾਈ ਜਾ ਸਕਣ। ਇਹ ਕਲੀਨਿਕ ਸੂਬੇ ਦੇ ਸਿਹਤ ਢਾਂਚੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੀਲ ਪੱਥਰ ਸਾਬਤ ਹੋਣਗੇ। ਪਹਿਲੇ ਪੜਾਅ ਦੇ ਵਿੱਚ ਸਪੀਕਰ ਸਾਹਿਬ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦੇ ਹੋਏ 75 ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ ਵਰਲਡ ਕਲਾਸ ਦੇ। ਇਹ ਕਲੀਨਿਕ ਦੂਰ ਦਰਾਡੇ ਇਲਾਕਿਆਂ 'ਚ ਸਥਾਪਿਤ ਹੋਣਗੇ, ਜਿਹੜੇ ਲੋਕਾਂ ਦੀ ਪਹੁੰਚ ਤੋਂ ਦੂਰ ਨਹੀਂ ਹੋਣਗੇ। ਸੋ ਉੱਥੇ ਮੁਫਤ ਦਵਾਈਆਂ ਤੇ ਮੁਫਤ ਇਲਾਜ ਹੋਇਆ ਕਰੇਗਾ। ਸਾਡੀ ਸਰਕਾਰ ਜੱਚਾ ਤੇ ਬੱਚਾ ਦੋਵਾਂ ਦੀ ਦੇਖਭਾਲ ਕਰਨ ਲਈ ਵਚਨਬੱਧ ਹੈ, ਜਿਸ ਲਈ ਅਸੀਂ 7 ਨਵੇਂ ਜੱਚਾ ਬੱਚਾ ਸਿਹਤ ਕੇਂਦਰਾਂ ਦੀ ਗੁਰਦਾਸਪੁਰ, ਨਾਭਾ, ਪੱਟੀ, ਰਾਏਕੋਟ, ਮੁਕਤਸਰ, ਤਲਵੰਡੀ ਸਾਬੋ ਅਤੇ ਡੇਰਾ ਬੱਸੀ ਦੇ ਵਿੱਚ ਉਹ ਸਾਰੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੀ। ਮੈਂ ਇੱਕ ਵਾਰੀ ਫਿਰ ਬੋਲ ਦੇਣਾ, ਗੁਰਦਾਸਪੁਰ, ਨਾਭਾ, ਪੱਟੀ, ਰਾਏਕੋਟ, ਮੁਕਤਸਰ ਸਾਹਿਬ, ਤਲਵੰਡੀ ਸਾਬੋ ਤੇ ਡੇਰਾ ਬੱਸੀ, ਇਹਦੇ ਵਿੱਚ ਜੱਚਾ ਬੱਚਾ ਸਿਹਤ ਕੇਂਦਰ ਜਿਹੜੇ ਨੇ ਬਿਲਕੁਲ ਲੇਟੈਸਟ ਸੁਵਿਧਾਵਾਂ ਨਾਲ ਲੈਸ ਉਹ ਖੋਲੇ ਜਾਣਗੇ। ਸੂਬਾ ਸਰਕਾਰ ਨੇ ਵੱਡਾ ਉਪਰਾਲਾ ਕਰਦਿਆਂ 2950 ਸਬ ਸੈਂਟਰਾਂ ਨੂੰ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਜੋਂ ਅਪਗ੍ਰੇਡ ਕਰਨ ਦਾ ਫੈਸਲਾ ਲਿਆ ਹੈ। ਅਸੀਂ CHC ਅਤੇ PSC ਨੂੰ ਵੀ ਆਉਣ ਵਾਲੇ ਦਿਨਾਂ ਵਿੱਚ 5 ਸਟਾਰ ਰੇਟਿੰਗ ਤੇ ਅਪਗ੍ਰੇਡ ਕਰਾਂਗੇ ਜੀ। ਮੇਰੀ ਸਰਕਾਰ ਸੂਬੇ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਮਕਾਨ ਮੁਹੱਈਆ ਕਰਾਉਣ ਲਈ ਯਤਨਸ਼ੀਲ ਹੈ। ਆਉਣ ਵਾਲੇ ਦਿਨਾਂ 'ਚ ਵੱਖ-ਵੱਖ ਪੜਾਵਾਂ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ 25,000 ਮਕਾਨ ਬਣਾਉਣ ਦੀ ਤਜਵੀਜ਼ ਹੈ ਜੀ। ਔਰ ਇਹ ਮਕਾਨ ਉਹ ਨਹੀਂ ਹੋਣਗੇ ਕਿ ਅੱਗੇ ਇੱਟਾਂ ਲੱਗੀ ਜਾਂਦੀਆਂ ਨੇ, ਪਿੱਛੇ ਢਈ ਜਾਂਦੇ ਆ। ਇੱਥੇ ਕੁਆਲਿਟੀ ਜਿਹੜੀ ਹੈ ਚੈੱਕ ਹੋਊਗੀ, ਸੀਮੈਂਟ ਦੀ, ਇੱਟ ਦੀ, ਔਰ ਜਿਹੜਾ ਪ੍ਰੋਪਰ ਨਕਸ਼ਾ ਬਣਾ ਕੇ, ਤਾਂ ਕਿ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਨੇ ਉਹਨਾਂ ਨੂੰ ਵੀ ਇਹ ਮਹਿਸੂਸ ਹੋਵੇ ਕਿ ਸਾਡਾ ਵੀ ਘਰ ਹੈ, ਤੇ ਸਾਡਾ ਘਰ ਵੀ ਵੈਲ ਪਲੈਨਡ ਹੈ। ਇਹ ਨਹੀਂ ਹੈ ਕਿ 2 ਇੱਟਾਂ ਇੱਧਰ ਲਾਤੀਆਂ 2 ਇੱਧਰ ਲਾਤੀਆਂ, ਉਹ ਨਹੀਂ। ਬਿਲਕੁਲ ਅਸੀਂ ਨਕਸ਼ੇ ਬਣਵਾ ਰਹੇ ਹਾਂ ਤੇ ਜਿਹੜਾ ਨਕਸ਼ਾ ਪਾਸ ਹੋਊਗਾ ਸਾਰੇ ਉਹੀ ਨਕਸ਼ਿਆਂ ਦੇ ਆਧਾਰ ਤੇ ਘਰ ਪਾਏ ਜਾਣਗੇ ਸਰ। ਅਣਅਧਿਕਾਰਤ ਕਲੋਨੀਆਂ, ਇਹਨਾਂ ਦੀ ਚੈਕਿੰਗ ਲਈ ਸਖਤ ਉਪਰਾਲੇ ਕੀਤੇ ਜਾ ਰਹੇ ਹਨ। ਸਾਰੀਆਂ ਸੰਬੰਧਿਤ ਅਥਾਰਟੀਆਂ ਲਈ ਜਨਤਕ ਸ਼ਿਕਾਇਤ ਨਿਵਾਰਨ ਪ੍ਰਣਾਲੀ ਸੰਬੰਧੀ ਪੋਰਟਲ ਲਾਗੂ ਕੀਤਾ ਗਿਆ ਤੇ ਜਿੱਥੇ ਆਈਆਂ ਸ਼ਿਕਾਇਤਾਂ ਦਾ ਨਿਬੇੜਾ ਆਨਲਾਈਨ ਹੀ ਹੋਊਗਾ। ਸ਼ਹਿਰੀ ਯੋਜਨਾਬੰਦੀ ਸੂਬੇ ਦੇ ਵਿਕਾਸ ਲਈ ਅਹਿਮ ਲੋੜ ਹੈ। ਪੰਜਾਬ ਦੇ ਬਾਕੀ ਰਹਿੰਦੇ ਸ਼ਹਿਰਾਂ ਲਈ ਮਾਸਟਰ ਪਲਾਨ 2 ਤੋਂ 3 ਸਾਲਾਂ ਦੇ ਵਿੱਚ ਮੁਕੰਮਲ ਕਰ ਲਿਆ ਜਾਊਗਾ ਸਰ। ਹੁਣ ਆ ਜਾਂਦੇ ਹਾਂ ਬਹੁਤ ਵੱਡਾ ਇੱਕ ਰੀੜ੍ਹ ਦੀ ਹੱਡੀ ਪੰਜਾਬ ਦੀ, ਉਹ ਹੈ ਖੇਤੀ ਅਤੇ ਸਹਾਇਕ ਧੰਦੇ। ਮੇਰੀ ਸਰਕਾਰ ਨੇ 1 ਸਾਲ ਵਿੱਚ ਤੀਜੀ ਫਸਲ ਵਜੋਂ ਮੂੰਗੀ ਨੂੰ ਉਤਸ਼ਾਹਿਤ ਕੀਤਾ, ਬੇਨਤੀ ਕੀਤੀ ਕਿ ਮੂੰਗੀ ਬੀਜੋ, ਕਿ ਅਸੀਂ ਤੁਹਾਨੂੰ 7275 ਰੁਪਏ ਪ੍ਰਤੀ ਕੁਇੰਟਲ MSP ਦੇਵਾਂਗੇ। ਇਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 30,000 ਰੁਪਏ ਦੀ ਵਾਧੂ ਆਮਦਨ ਹੋਊਗੀ। ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਸਰ ਕਿ ਇਸ ਵੇਲੇ ਮੂੰਗੀ ਦੀ ਕਾਸ਼ਤ 53,363 ਏਕੜ ਰਕਬੇ ਤੋਂ ਵੱਧ ਕੇ 1,28,495 ਏਕੜ ਹੋ ਗਈ। ਇਸੇ ਤਰ੍ਹਾਂ ਫਸਲੀ ਵਿਭਿੰਨਤਾ ਨੂੰ ਹੋਰ ਉਤਸ਼ਾਹਿਤ ਕਰਨ ਲਈ ਆਉਣ ਵਾਲੇ ਦਿਨਾਂ 'ਚ ਦਾਲਾਂ, ਮੱਕੀ, ਨਰਮਾ, ਤੇਲ ਦੇ ਬੀਜਾਂ ਦੀ ਰਕਬੇ ਨੂੰ ਵਧਾਇਆ ਜਾਊਗਾ, ਜਿਹਦੇ ਨਾਲ
ਧਰਤੀ ਹੇਠਲਾ ਪਾਣੀ ਬਚੂਗਾ, ਉਹਦੇ ਨਾਲ ਨਾਲ ਮਿੱਟੀ ਦੀ ਗੁਣਵੱਤਾ ਵੀ ਸੁਧਰੂਗੀ। ਇਸ ਸੰਦਰਭ 'ਚ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪਰ ਏਕੜ ਦੀ ਸਬਸਿਡੀ ਇੱਕ ਹੋਰ ਵੱਡਾ ਇਤਿਹਾਸਕ ਕਦਮ ਹੈ। ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਲੋਕ ਮੋਢੇ ਨਾਲ ਮੋਢਾ ਜੋੜ ਕੇ ਪਾਣੀ ਨੂੰ ਬਚਾਉਣ ਲਈ ਕੰਮ ਕਰ ਰਹੇ ਨੇ। ਇਸ ਸਾਲ 25,985 ਕਿਸਾਨਾਂ ਨੇ ਲਗਭਗ 20 ਲੱਖ ਏਕੜ ਤੋਂ ਜ਼ਿਆਦਾ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਜਿਹਦੇ ਨਾਲ ਪਾਣੀ ਵੀ ਬਚੂਗਾ ਤੇ ਉਹਨਾਂ ਨੂੰ ਇੱਕ ਉਤਸ਼ਾਹਤ ਵੀ ਮਿਲਿਆ ਕਿ 1500 ਰੁਪਏ ਪਰ ਏਕੜ ਵੀ। ਬਹੁਤ ਸਾਰੇ NRIs ਨੇ ਬਈ ਇਹ ਨਾਲ ਇਹ ਸਹਾਇਤਾ ਕੀਤੀ ਹੈ। ਕਿਸੇ ਨੇ ਕਿਹਾ ਓਕੇ ਜੇ ਸਾਡੇ ਪਿੰਡ ਕੋਈ ਸਿੱਧੀ ਬਿਜਾਈ ਕਰੂਗਾ 1500 ਰੁਪਏ ਏਕੜ ਦੇ ਹਿਸਾਬ ਨਾਲ ਅਸੀਂ ਵੀ ਦੇਵਾਂਗੇ। ਕਿਸੇ ਨੇ ਠੇਕੇ 'ਚੋਂ ਘਟਾ ਲਿਆ ਕਿ ਮੈਂ ਠੇਕਾ ਘੱਟ ਕਰ ਲੂੰਗਾ ਪਰ ਸਿੱਧੀ ਬੀਜਿਓ। ਸੋ ਇਹ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਹ ਸਕੀਮ ਕਾਮਯਾਬ ਨਹੀਂ ਹੋਣੀ ਸੀ, ਤਾਂ ਲੋਕਾਂ ਨੇ ਸਹਿਯੋਗ ਦਿੱਤਾ ਹੈ। ਸਰ, ਪੰਜਾਬ 'ਚ ਛੋਟੇ ਤੇ ਸੀਮਾਂਤ ਕਿਸਾਨਾਂ ਦੀ ਗਿਣਤੀ 'ਚ ਆਉਣ ਵਾਲੇ ਸਮੇਂ 'ਚ ਵਧਣ ਦੀ ਉਮੀਦ ਹੈ ਸਰ, ਕਿਉਂਕਿ ਜ਼ਮੀਨਾਂ ਘਟ ਰਹੀਆਂ ਨੇ, ਜਿਸ ਕਰਕੇ ਭਵਿੱਖ 'ਚ ਕਿਸਾਨਾਂ ਲਈ ਖੇਤੀਬਾੜੀ ਲਾਹੇਵੰਦ ਧੰਦਾ ਪਹਿਲੀ ਅੱਜ ਘਾਟੇ ਦਾ ਸੌਦਾ ਹੈ, ਉਹ ਹੋਰ ਵੀ ਲਾਹੇ ਦਾ ਧੰਦਾ ਨਹੀਂ ਰਹਿਣ ਦੇ ਚਾਂਸ ਬਣਦੇ ਜਾਂਦੇ ਨੇ। ਸੋ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਇਹੋ ਜਿਹੀ ਸਥਿਤੀ ਦੇ ਵਿੱਚ ਬਿਹਤਰ ਆਮਦਨ ਦੇ ਕੇ ਕਿਸਾਨਾਂ ਨੂੰ ਇੱਕ ਵਧੀਆ ਸਥਿਤੀ ਦੇ ਸਕਦੀ ਹੈ। ਇਹ ਪ੍ਰੋਡਿਊਸਰ ਇਕੱਠੇ ਹੋ ਕੇ ਵਧੀਆ ਮੁਨਾਫਾ ਕਮਾ ਸਕਦੇ ਨੇ। ਖੇਤੀਬਾੜੀ ਨੂੰ ਆਧੁਨਿਕ ਤੇ ਡਿਜੀਟਲਾਈਜ਼ ਬਣਾਉਣ ਦੀ ਲੋੜ ਹੈ। ਇਸ ਮੰਤਵ ਲਈ ਕਿਸਾਨਾਂ ਦੇ ਡੇਟਾਬੇਸ ਦਾ ਜ਼ਮੀਨ ਦੇ ਰਿਕਾਰਡ ਦਾ ਨਾਲ ਮਿਲਨ ਕੀਤਾ ਜਾ ਰਿਹਾ, ਤਾਂ ਜੋ ਸਬਸਿਡੀ ਤੇ ਹੋਰ ਪਾਰਦਰਸ਼ੀ ਜਿਹੜੇ ਫਾਇਦੇ ਨੇ ਉਹ ਕਿਸਾਨਾਂ ਨੂੰ ਮਿਲ ਸਕਣ, ਅਸਲੀ ਕਿਸਾਨਾਂ ਤੱਕ ਪਹੁੰਚ ਸਕਣ। ਬੀਜ, ਖਾਦ, ਕੀਟਨਾਸ਼ਕ ਦੇ ਉਤਪਾਦਨਾਂ ਤੋਂ ਲੈ ਕੇ ਕਿਸਾਨਾਂ ਤੱਕ ਪਹੁੰਚ ਉੱਤੇ ਬਹੁਤ ਨਿਗਾਹ ਰੱਖੀ ਜਾ ਰਹੀ ਹੈ। ਇੱਕ ਪੋਰਟਲ ਵਿਕਸਿਤ ਕੀਤਾ ਜਾ ਰਿਹਾ ਹੈ, ਕਿਉਂਕਿ ਨਕਲੀ ਬੀਜ ਤੋਂ ਹੀ ਸ਼ੁਰੂ ਹੋ ਜਾਂਦਾ ਸਾਰਾ ਬਿਮਾਰੀ, ਫਿਰ ਉਹਨੂੰ ਨਕਲੀ ਖਾਦ ਮਿਲਦੀ ਹੈ, ਫਿਰ ਨਕਲੀ ਕੀਟਨਾਸ਼ਕ ਮਿਲਦੀ ਹੈ, ਤੇ ਫਿਰ ਉੱਥੇ ਤਾਂ ਫਿਰ ਕੀ ਉੱਗੂਗਾ ਜੀ ਜਿੱਥੇ ਸਾਰਾ ਕੁਝ ਹੀ ਨਕਲੀ ਹੈ। ਸੋ ਅਸੀਂ ਇਹ ਬਿਲਕੁਲ ਬਾਜ਼ ਆਖੇ ਦੇ ਤੇ ਰੱਖ ਰਹੇ ਹਾਂ ਕਿ ਕਿੱਥੋਂ ਕਿੱਥੋਂ ਬੀਜ ਜਾ ਰਹੇ ਨੇ, ਕਿੱਥੋਂ ਕਿੱਥੋਂ ਖਾਦਾਂ ਜਾ ਰਹੀਆਂ ਨੇ। ਤੁਸੀਂ ਨੋਟ ਕਰ ਲਓ ਜਾਂ ਠੀਕ ਹੈ ਅਯਾਲੀ ਸਾਹਿਬ ਜੀ, ਮਾਈਕ ਆਨ ਕਰੋ ਜੀ ਅਯਾਲੀ ਸਾਹਿਬ। ਸੀਐਮ ਸਾਹਿਬ ਆਪਣੀ ਗੱਲ ਰੱਖ ਰਹੇ ਨੇ, ਉਹਦੇ ਵਿੱਚ ਇੱਕ ਤਾਂ ਜੀ ਮੂੰਗੀ ਤੇ ਥੋੜੀ ਦਿੱਕਤ ਆ ਰਹੀ ਹੈ। ਕੱਲ ਵੀ ਤੁਸੀਂ ਹੈ ਨਹੀਂ ਸੀ, ਗੱਲ ਹੋਈ ਸੀ ਕਿ ਜ਼ਰੂਰ ਉਹਨੂੰ ਮੋਨੀਟਰ ਕਰੋ ਮੰਡੀਆਂ ਦੇ ਵਿੱਚ ਵੀ ਪ੍ਰੋਪਰ। ਕਾਫੀ ਕਿਸਾਨਾਂ ਨੂੰ ਪ੍ਰੋਬਲਮ ਆਈ ਹੈਗੀ ਆ। ਠੀਕ ਆ, ਤੁਸੀਂ ਉਪਰਾਲਾ ਕੀਤਾ, ਫਾਇਦਾ ਮਿਲ ਰਿਹਾ ਲੋਕਾਂ ਨੂੰ, ਲੇਕਿਨ ਹਜੇ ਦਿੱਕਤ ਹੈਗੀ ਆ। ਤੇ ਦੂਸਰੀ ਇੱਕ ਕੱਲ ਸੁਝਾਅ ਰੱਖਿਆ ਗਿਆ ਸਿੱਧੀ ਬਿਜਾਈ ਦੇ ਬਾਰੇ, ਮੈਂ ਕੱਲ ਵੀ ਗੱਲ ਕੀਤੀ, ਵਿੱਚ ਰਹਿ ਗਈ ਮੇਰੀ ਗੱਲ। ਉਹ ਮੇਰੀ ਬੇਨਤੀ ਆ ਇੱਕ ਕਿ ਤੁਸੀਂ ਚਲੋ ਹੁਣ ਤਾਂ ਸੀਜ਼ਨ ਲੰਘ ਗਿਆ, ਨੈਕਸਟ ਇੱਕ ਮੀਟਿੰਗ ਬੁਲਾਓ, ਉਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ, ਜਿਹੜੇ ਕਿਸਾਨ, ਜਿਸ ਤਰ੍ਹਾਂ ਸਭ ਤੋਂ ਵੱਧ ਸਿੱਧੀ ਬਿਜਾਈ ਮੈਂ ਕੀਤੀ ਆ ਲੁਧਿਆਣੇ ਜ਼ਿਲ੍ਹੇ ਦੇ ਵਿੱਚ 5 ਸਾਲਾਂ ਤੋਂ ਕਰਦਾ ਆ ਰਿਹਾ, ਬਹੁਤ ਵਧੀਆ ਵਾ। ਇਸ ਤੋਂ ਬਿਨਾਂ ਪੰਜਾਬ ਬਚਣਾ ਨਹੀਂ, ਪਾਣੀ ਬਚਣਾ ਨਹੀਂ। ਲੇਕਿਨ ਅਗਲੇ ਸਾਲ ਅਸੀਂ ਸਾਰਿਆਂ ਦੀ ਸਲਾਹ ਦੇ ਨਾਲ ਬੈਨ ਲਾਈਏ ਕੱਦੂ ਤੇ 50%। ਜੇ ਕਿਸੇ ਜ਼ਿਮੀਂਦਾਰ ਕੋਲ 10 ਏਕੜ ਆ ਤਾਂ ਉਹਨੂੰ 5 ਏਕੜ ਕੰਪਲਸਰੀ ਕਰੀਏ ਰਹਿ ਨਾਲ, ਧੱਕੇ ਨਾਲ ਨਹੀਂ, ਸਾਰਿਆਂ ਨੂੰ ਭਰੋਸੇ 'ਚ ਲੈ ਕੇ। ਫਿਰ ਅਗਲੇ ਸਾਲ 75 ਤੇ 2-3 ਸਾਲਾਂ 'ਚ ਅਸੀਂ 100% ਇਹਨੂੰ ਬੈਨ ਕਰਾਂਗੇ, ਤਾਂ ਬਹੁਤ ਵੱਡਾ ਪੰਜਾਬ ਦਾ ਫਾਇਦਾ ਹੋ ਸਕਦਾ। ਸਭ ਤੋਂ ਅਹਿਮ ਮੁੱਦਾ ਹੈ ਪੰਜਾਬ ਦਾ ਪਾਣੀ ਬਚਾਉਣਾ, ਤੇ ਤੁਸੀਂ ਐਫਰਟਸ ਕਰ ਰਹੇ ਹੋ, ਮੈਂ ਉਸ ਗੱਲ ਦੀ ਸ਼ਲਾਘਾ ਕਰਦਾ। ਤੇ ਆਉਣ ਵਾਲੇ ਸਮੇਂ 'ਚ ਤੇ ਆਪਾਂ ਹੋਰ ਕੰਮ ਕਰੀਏ ਰਲ ਕੇ। ਮੁੱਖ ਮੰਤਰੀ ਸਾਹਿਬ ਜੀ, ਤੁਹਾਡੇ ਸੁਝਾਅ ਜਿਹੜੇ ਨੇ ਨੋਟ ਕਰ ਲਏ ਗਏ ਨੇ ਸਰ, ਕਿਉਂਕਿ ਤੁਸੀਂ ਖੁਦ ਸਿੱਧੀ ਬਿਜਾਈ ਕਰਦੇ ਹੋ ਤਾਂ ਤੁਹਾਨੂੰ ਜਿਹੜੀਆਂ ਸਮੱਸਿਆਵਾਂ ਦਾ ਹੱਲ ਵੀ ਪਤਾ। ਸੋ ਆਉਣ ਵਾਲੇ ਸੀਜ਼ਨ ਵਾਸਤੇ ਮਿਲ ਬੈਠ ਕੇ ਆਪਾਂ ਸਾਰੇ ਸਿਰ ਜੋੜ ਕੇ, ਹਾਂ ਝਾੜ ਪੂਰਾ ਜੀ, ਇੱਕ ਅੱਧਾ ਕੁਇੰਟਲ ਵੱਧ ਹੀ ਹੈ, ਔਰ ਉਹਦਾ ਅੱਗੇ ਕਣਕ ਨੂੰ ਫਾਇਦਾ ਹੁੰਦਾ ਕਿਉਂਕਿ ਪਾਣੀ ਧਰਤੀ ਦੇ ਵਿੱਚ ਸਿਮ ਜਾਂਦਾ ਹੈ। ਹਾਂਜੀ ਹਾਂਜੀ, ਆਪਾਂ ਸਿਰ ਜੋੜ ਕੇ ਬੈਠਾਂਗੇ ਤਾਂ ਕਿ ਕੋਈ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਸਟੇਕ ਹੋਲਡਰਸ ਨੂੰ ਪੁੱਛੇ ਬਿਨਾਂ ਨਹੀਂ ਹੋਣਾ ਚਾਹੀਦਾ। ਸੋ ਆਪਾਂ ਉਹਨਾਂ ਨੂੰ ਵੀ ਬਿਠਾਵਾਂਗੇ, ਆਪਾਂ ਸਾਰੇ ਬੈਠਾਂਗੇ, ਤੁਸੀਂ ਆਪਣੇ ਤਜਰਬੇ ਉੱਤੇ ਸਾਂਝੇ ਕਰਿਓ। ਬਹੁਤ ਚੰਗਾ ਸੁਝਾਅ, ਧੰਨਵਾਦ। ਆਉਣ ਵਾਲੇ 2 ਸਾਲਾਂ ਸਰ 7000 ਨਵੇਂ ਡੇਅਰੀ ਯੂਨਿਟ ਸਥਾਪਿਤ ਕੀਤੇ ਜਾਣਗੇ। ਡੇਅਰੀ ਸੈਕਟਰ ਨੂੰ ਦੀ ਉન્નਤੀ ਨਾਲ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਮਿਲਣਗੇ। ਸਪੀਕਰ ਸਾਹਿਬ, ਜੇ ਆਪਾਂ ਥੋੜੇ ਜਿਹਾ ਪਿੱਛੇ ਚਲੇ ਜਾਈਏ 30-40 ਸਾਲ, ਤਾਂ ਜੁਆਇੰਟ ਫੈਮਿਲੀ ਹੁੰਦੀ ਸੀ। ਇੱਕ ਭਰਾ ਟੀਚਰ ਲੱਗਿਆ ਹੁੰਦਾ ਸੀ ਸਰਕਾਰੀ, ਇੱਕ ਭਰਾ ਖੇਤੀ ਕਰਦਾ ਹੁੰਦਾ ਸੀ, ਇਕੱਠੇ ਰਹਿੰਦੇ ਸੀ। ਇੱਕ ਭਰਾ ਰੋਡਵੇਜ਼ 'ਚ ਡਰਾਈਵਰ ਹੁੰਦਾ ਸੀ, ਕੰਡਕਟਰ ਹੁੰਦਾ ਸੀ, ਇੱਕ ਭਰਾ ਖੇਤੀ ਕਰਦਾ ਸੀ। ਇੱਕ ਭਰਾ ਕਿਤੇ ਕਲਰਕ ਲੱਗਿਆ ਹੁੰਦਾ ਸੀ, ਦੂਜਾ ਜਿਹੜਾ ਖੇਤੀ ਕਰਦਾ ਹੁੰਦਾ ਸੀ। ਜੇ ਕਿਤੇ
ਰੱਬ ਨਾ ਕਰੇ ਕੋਈ ਬੇਮੌਸਮੀ ਬਰਸਾਤ, ਗੜੇ ਪੈ ਗਏ, ਫਸਲ ਨੁਕਸਾਨੀ ਗਈ, ਤਾਂ ਉਹ ਜਿਹੜਾ ਨੌਕਰੀ ਕਰਦਾ ਭਰਾ ਹੈ ਉਹਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਸਮੂਥਲੀ ਲੰਘ ਜਾਂਦਾ ਸੀ, ਕੋਈ ਖਾਸ ਫਰਕ ਨਹੀਂ ਪੈਂਦਾ ਸੀ। ਹੁਣ ਕੀ ਹੋਇਆ? ਹੁਣ ਜਦੋਂ ਹੀ ਕੋਈ ਭਰਾ ਕੋਈ ਡਿਗਰੀ ਲੈਂਦਾ ਆ, ਨੌਕਰੀ ਲੈਂਦਾ, ਸਿੱਧਾ ਉਹ ਸ਼ਹਿਰ ਨੂੰ ਜਾਂਦਾ ਬੱਚਿਆਂ ਨੂੰ ਲੈ ਕੇ ਕਿ ਬੱਚੇ ਪੜ੍ਹਾ ਲਈਏ। ਜਿਹੜਾ ਪਿੰਡ ਵਾਲਾ ਭਰਾ ਹੈ ਉਹ ਰਹਿ ਗਿਆ 100% ਖੇਤੀ ਦੇ ਆਧਾਰਿਤ। ਅੱਧੇ ਘੰਟੇ ਦੀ ਬੇਮੌਸਮੀ ਬਰਸਾਤ ਜਾਂ ਗੜੇ ਉਹਦੀ ਸਾਰੀ ਕਬੀਲਦਾਰੀ ਨੂੰ ਲੀਹ ਤੋਂ ਲਾ ਕੇ ਰੱਖ ਦਿੰਦੇ ਨੇ। ਸੋ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਦੇ ਬੇਟੇ ਨੂੰ ਜਾਂ ਕਿਸਾਨ ਦੀ ਬੇਟੀ ਨੂੰ, ਕਿਸਾਨ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਖੇਤੀ ਤੋਂ ਬਿਨਾਂ ਵੀ ਇਨਕਮ ਆਵੇ, ਚਾਹੇ ਪਰ ਡੇ ਹੋਵੇ ਚਾਹੇ ਪਰ ਮੰਥ ਹੋਵੇ। ਕੰਮ ਕਰਨ ਨੂੰ ਉਹ ਤਿਆਰ ਨੇ, ਮਿਹਨਤੀ ਲੋਕ ਆਪਾਂ। ਸੋ ਕੁਝ ਐਦਾਂ ਦੇ ਕੰਮ ਜਿਹੜੇ ਜਿਹਦੇ ਨਾਲ ਉਹਨਾਂ ਨੂੰ ਕਿਸੇ ਹੋਰ ਪਾਸਿਓਂ ਖੇਤੀ ਤੋਂ ਬਿਨਾਂ ਵੀ ਇਨਕਮ ਆਵੇ, ਅਸੀਂ ਇਸ ਚੀਜ਼ ਨੂੰ बढ़ावा देवांगे सर। बाकी सहकारिता विभाग है, खेतीबाड़ी लागतां घटाउण वास्ते मुढ़लियां सहकारी सोसाइटियां दे पद्धर ते सबसिडी वाले रेटां ते वड्डी पूंजी लागत वाला जिहड़ा बुनियादी ढांचा कायम किया जाऊगा। खेतीबाड़ी दे जिहड़े संदां दी वरतों और कोऑपरेटिव मशीनरी, ट्रैक्टर एप्लीकेशन ये भी विकसित करांगे, क्योंकि हुण की है, हुण 20 किल्लियां वाले कोले भी वही ट्रैक्टर है, 5 वाले कोले भी वही ट्रैक्टर है, जबकि जे दोनों क्लब कर दिए 25 कर दिए तो एक ट्रैक्टर। इसे करके मोगे वर्गे शहर च बहुत बड़िया बड़िया हर महीने ट्रैक्टर दी मंडियां लगदियां ने, नवे ट्रैक्टर विकण आउंदे ने, बिल्कुल नवे। कारण ये हो गया संबंध बिगड़ गए आड़तियां नाल, धी दा विआह करना है, करजा नहीं मिल रहा कितों, तो फिर जमीन दे नंबर दे के बड़ा ट्रैक्टर नवा एक लै लो, 10 दिनों बाद लाख 2 लाख के घाटा पा के वो ट्रैक्टर बेच दो, कैश मनी आ जाऊगी, धी का विआह हो जाऊगा, देखते रहेंगे, किश्तां भरते रहेंगे। सो ये जिहड़ा बरतारा हो रहा है, ये आप दस नहीं रहा जिमीदार, पर हो रहा है। सो इनू रोकण लई असीं कोऑपरेटिव सोसाइटियां नूं जिउंदियां करांगे, ट्रैक्टर उत्थों मिलन, खादां उत्थों ही मिलन, कीटनाशक उत्थों ही मिलन, लिख लिया जाए वह खर्चा, जदों मंडी चों फसल आ गई वो चो कोऑपरेटिव सोसाइटी का खर्चा कट के बाकी उन्होंने दे दिता जाए, तो उन्होंने ये लगूगा, पहला पहला तो उन्होंने ये लगूगा कि शायद कोई होर खेती कर रहे मेरे ते, पर नहीं, उन्होंने कोऑपरेटिव सोसाइटी तो जो मिल जाए सारा कुछ खेती का प्रोडक्शन का जोड़ा समान है, तो जो प्रोडक्शन भी वधिया होगी तो वह फिर हौसला बढ़ूगा कि हाँ पिछली बार मैं 4 स्प्रेयां कीतियां सी तां भी इन्नी हुई सी, इस बार 2 स्प्रेयां नाल ही सर गया तां भी उन्नी हुई है। सो इस तरह के विश्वास जिहड़े ने वो किसानां दे जिहड़े ने वो बनाने पैणगे जी। बाकी मार्कफेड है जी, कणक की पिसाई तो लैके MFSA अधीन PDS लाभपात्रां दे घर तक आटे की वंड यकीनी बनाने लई नोडल एजेंसी बनाई गई है। आने वाले वित्ती साल दौरान गिद्दड़बाह विच 150 TPD की समर्था वाला नवा कैटल फील्ड प्लांट जिहड़ा बन के तैयार हो जाऊगा। इस संबंधी NDDB नाल गल हो गई है। ते एक मैं होर मेरे साथियों ने भी सलाह की सी, अयाली साहब बैठे ने, उन्नत किसान जिहड़े